ਧੰਨ ਉਹ ਲੋਕ ਨੇ ਜਿਹੜੇ ਸ਼ੁੱਧ ਮਨ ਨੇ, ਉਹੀ ਪਰਮੇਸ਼ਰ ਨੂੰ ਵੇਖਣਗੇ। ਪਾਪੀ ਇਨਸਾਨ ਜਿਹਦੇ ਮਨ ਵਿੱਚ ਪਾਪ ਆ, ਪਰਮੇਸ਼ਰ ਉਹਦੇ ਨੇੜੇ ਕਦੇ ਨਹੀਂ ਆਉਂਦਾ, ਕਿਉਂਕਿ ਪਰਮੇਸ਼ਰ ਪਵਿੱਤਰ ਪਰਮੇਸ਼ਰ ਆ। ਉਹ ਪਵਿੱਤਰ ਲੋਕਾਂ ਦੇ ਨੇੜੇ ਹੁੰਦਾ। ਜਿਹੜੇ ਲੋਕ ਆਪਣੇ ਮਨਾਂ ਨੂੰ ਸ਼ੁੱਧ ਕਰਦੇ ਆ, ਪਾਪ ਤੋਂ ਰਹਿਤ ਹੋ ਜਾਂਦੇ ਆ, ਪਰਮੇਸ਼ਰ ਉਹਨਾਂ ਦੇ ਜੀਵਨ ਵਿੱਚ ਆਉਂਦਾ, ਉਹਨਾਂ ਦੇ ਮਨ ਵਿੱਚ ਆਉਂਦਾ। ਕਿਉਂਕਿ ਪਰਮੇਸ਼ਰ ਦੇ ਕਲਾਮ 'ਚ ਲਿਖਿਆ ਕਿ ਮੈਂ ਤੁਹਾਡੇ ਦਿਲ ਦੇ ਬੂਹੇ 'ਤੇ ਖੜਕਾ ਰਿਹਾ ਵਾਂ, ਜੇ ਕੋਈ ਮੇਰੀ ਆਵਾਜ਼ ਸੁਣੇ, ਆਪਣੇ ਦਿਲ ਦਾ ਦਰਵਾਜ਼ਾ ਖੋਲ੍ਹੇ ਤਾਂ ਮੈਂ ਉਹਦੇ ਅੰਦਰ ਆਵਾਂਗਾ। ਔਰ ਇਸ ਲਈ ਭੈਣੋ ਅਤੇ ਭਰਾਵੋ, ਪਰਮੇਸ਼ਰ ਸਾਡੇ ਦਿਲ ਦੇ ਦਰਵਾਜ਼ੇ 'ਤੇ ਖੜਕਾ ਰਿਹਾ, ਪਰ ਉਨੀ ਦੇਰ ਤੱਕ ਪਰਮੇਸ਼ਰ ਸਾਡੇ ਅੰਦਰ ਨਹੀਂ ਆ ਸਕਦਾ, ਕਿਉਂਕਿ ਪਰਮੇਸ਼ਰ ਦੀ ਮਜਬੂਰੀ ਆ, ਕਿਉਂਕਿ ਪਰਮੇਸ਼ਰ ਪਵਿੱਤਰ ਪਰਮੇਸ਼ਰ ਆ। ਔਰ ਜਿਹੜਾ ਅਪਵਿੱਤਰ ਇਨਸਾਨ ਆ, ਉਹਦੇ ਪਰਮੇਸ਼ਰ ਨੇੜੇ ਨਹੀਂ ਆ ਸਕਦਾ। ਚਾਹੇ ਉਹ ਇਨਸਾਨ ਜੋ ਮਰਜ਼ੀ, ਜਿੰਨੇ ਮਰਜ਼ੀ ਤਰਲੇ ਮਾਰੇ, ਜਿੰਨੀ ਮਰਜ਼ੀ ਪ੍ਰਾਰਥਨਾ ਕਰੇ, ਪਰਮੇਸ਼ਰ ਉਹਦੇ ਨੇੜੇ ਨਹੀਂ ਆ ਸਕਦਾ, ਕਿਉਂਕਿ ਪਰਮੇਸ਼ਰ ਪਵਿੱਤਰ ਪਰਮੇਸ਼ਰ ਆ। ਔਰ ਪਰਮੇਸ਼ਰ ਆਪਣੇ ਵਚਨ ਤੋਂ ਬਾਹਰ ਨਹੀਂ ਜਾ ਸਕਦਾ। ਲਿਖਿਆ ਕਹੋਤਾ ਜਦੋਂ 20 ਦੇ 10 ਐਤ ਪੜ੍ਹੀ, ਉਹ 'ਚ ਲਿਖਿਆ ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਇਹਨਾਂ ਦੋਵਾਂ ਤੋਂ ਜੋ ਅਣਘਿਣ ਆਉਂਦੀ ਹੈ, ਪਰ ਪੂਰੇ ਤੋਲ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ। ਜੇਕਰ ਅਸੀਂ ਪਰਮੇਸ਼ਰ ਵਿੱਚ ਹੀਰਾ ਫੇਰੀ ਦੇ ਨਾਲ ਚੱਲਾਂਗੇ, ਇੱਕ ਲੱਤ ਅਸੀਂ ਪਾਪ ਵਿੱਚ ਰੱਖਾਂਗੇ, ਇੱਕ ਲੱਤ ਅਸੀਂ ਪਰਮੇਸ਼ਰ ਦੇ ਵਿੱਚ ਰੱਖਾਂਗੇ, ਪਰਮੇਸ਼ਰ ਨੂੰ ਵੀ ਖੁਸ਼ ਕਰਾਂਗੇ ਅਤੇ ਕਹੀਏ ਕਿ ਅਸੀਂ ਪਾਪ ਦੇ ਵਿੱਚੋਂ ਵੀ ਬਾਹਰ ਨਾ ਆਈਏ, ਅਤੇ ਪਰਮੇਸ਼ਰ ਸਾਡੇ ਨੇੜੇ, ਸਾਡੇ ਕੋਲ ਕਦੇ ਨਹੀਂ ਆਉਣਗੇ, ਸਾਡੇ ਮਨ ਵਿੱਚ ਕਦੇ ਨਹੀਂ ਆ ਸਕਦੇ, ਕਿਉਂਕਿ ਪਰਮੇਸ਼ਰ ਪਵਿੱਤਰ ਪਰਮੇਸ਼ਰ ਆ। ਤਾਂ ਹੀ ਪਰਮੇਸ਼ਰ ਦੇ ਕਲਾਮ 'ਚ ਲਿਖਿਆ ਧੰਨ ਉਹ ਜਿਹੜੇ ਸ਼ੁੱਧ ਮਨ ਹਨ, ਜਿਨ੍ਹਾਂ ਦੇ ਮਨ ਸ਼ੁੱਧ ਨੇ, ਉਹ ਪਰਮੇਸ਼ਰ ਨੂੰ ਵੇਖਣਗੇ। ਅਸ਼ੁੱਧ ਇਨਸਾਨ, ਅਸ਼ੁੱਧ ਮਨ ਵਾਲਾ ਇਨਸਾਨ ਪਰਮੇਸ਼ਰ ਨਹੀਂ ਵੇਖ ਨਹੀਂ ਸਕਦਾ ਕਦੇ ਵੀ। ਆਪਣੇ ਆਪ ਨੂੰ ਧੋਖੇ 'ਚ ਨਾ ਰੱਖੋ, ਆਪਣੇ ਆਪ ਨੂੰ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਸਾਨੂੰ। ਸਾਡੀ ਉਮਰ ਲੰਘ ਜਾਏਗੀ, ਉਮਰ ਲੰਘ ਕੇ ਅਸੀਂ ਦੁਨੀਆ ਤੋਂ ਚੱਲ ਜਾਵਾਂਗੇ, ਪਰ ਪਰਮੇਸ਼ਰ ਨੂੰ ਨਹੀਂ ਵੇਖ ਸਕਦੇ। ਕਿਉਂ? ਕਿਉਂਕਿ ਪਰਮੇਸ਼ਰ ਨੇ ਜੋ ਪਹਿਲਾਂ ਹੀ ਸਾਨੂੰ ਕਲਾਮ ਵਿੱਚ ਦੱਸਤਾ ਵੀ ਧੰਨ ਉਹ ਜਿਹੜੇ ਸ਼ੁੱਧ ਮਨ ਲੋਕ ਨੇ, ਜਿਨ੍ਹਾਂ ਦਾ ਮਨ ਸ਼ੁੱਧ ਆ, ਜਿਨ੍ਹਾਂ ਦੇ ਮਨ ਵਿੱਚ ਫਰੇਬ ਨਹੀਂ ਆ, ਕਪਟ ਨਹੀਂ ਆ, ਉਹ ਲੋਕ ਮੈਨੂੰ ਵੇਖ ਸਕਦੇ ਆ। ਉਹ ਲੋਕਾਂ ਦੇ ਜੀਵਨ ਵਿੱਚ ਪਰਮੇਸ਼ਰ ਦੀ ਆਸ਼ੀਸ਼ ਆ ਸਕਦੀ ਹੈ। ਔਰ ਘੱਟ ਵੱਧ ਜਿਹੜੇ ਵੱਟੇ ਆ, ਹੇਰਾ ਫੇਰੀ ਵਾਲੇ, ਪਰਮੇਸ਼ਰ ਪੂਰੇ ਤੋਲ ਤੋਂ ਪ੍ਰਸੰਨ ਹੁੰਦਾ। ਜਿਹੜਾ 100% ਪਰਮੇਸ਼ਰ ਵਿੱਚ ਚੱਲਦਾ, ਪੂਰੀ ਤਰ੍ਹਾਂ, ਜਿਹੜਾ ਪੂਰੀ ਤਰ੍ਹਾਂ 100% ਪਰਮੇਸ਼ਰ ਵਿੱਚ ਚੱਲਦਾ, ਪਰਮੇਸ਼ਰ ਉਹਨੂੰ ਆਸ਼ੀਸ਼ ਦਿੰਦਾ, ਉਹਦੇ ਜੀਵਨ ਵਿੱਚ ਆ ਕੇ ਪਰਮੇਸ਼ਰ ਕੰਮ ਕਰਦਾ, ਕਿਉਂਕਿ ਪਰਮੇਸ਼ਰ ਜਿਉਂਦਾ ਪਰਮੇਸ਼ਰ ਔਰ ਪਵਿੱਤਰ ਪਰਮੇਸ਼ਰ ਆ। ਇਸੇ ਲਈ ਪਰਮੇਸ਼ਰ ਨੇ ਜਿਸ ਇਨਸਾਨ ਨੂੰ ਆਪਣੇ ਹੱਥਾਂ ਦੇ ਨਾਲ ਮਿੱਟੀ ਤੋਂ ਬਣਾਇਆ, ਆਦਮ ਨੂੰ ਪਰਮੇਸ਼ਰ ਨੇ ਮਿੱਟੀ ਤੋਂ ਬਣਾਇਆ, ਪਰ ਜਿਸ ਵੇਲੇ ਪਹਿਲਾਂ ਪਰਮੇਸ਼ਰ ਉਹਦੇ ਨਾਲ ਰਹਿੰਦਾ ਸੀ, ਉਹਦੇ ਨਾਲ ਗੱਲਬਾਤ ਵੀ ਕਰਦਾ ਸੀ, ਪਰ ਜਿਸ ਵੇਲੇ ਉਹਨੇ ਪਾਪ ਕੀਤਾ, ਪਰਮੇਸ਼ਰ ਦਾ ਹੁਕਮ ਤੋੜਿਆ, ਪਰਮੇਸ਼ਰ ਨੇ ਉਹਦੇ ਨੇੜੇ ਨਹੀਂ ਸੀ ਆ ਸਕਦਾ, ਕਿਉਂਕਿ ਪਰਮੇਸ਼ਰ ਪਵਿੱਤਰ ਪਰਮੇਸ਼ਰ ਹੀ, ਔਰ ਪਰਮੇਸ਼ਰ ਨੇ ਉਹਨੂੰ ਬਾਗੋਂ ਬਾਹਰ ਕੱਢ ਦਿੱਤਾ। ਔਰ ਉਹਨੇ ਪਰਮੇਸ਼ਰ ਦਾ ਹੁਕਮ ਤੋੜਿਆ, ਔਰ ਪਰਮੇਸ਼ਰ ਨੇ ਆਪਣੇ ਆਰਾਮ ਵਿੱਚੋਂ, ਏਦਨ ਦੇ ਬਾਗ ਵਿੱਚ ਰੱਖਿਆ ਸੀ ਆਦਮ ਨੂੰ, ਪਰਮੇਸ਼ਰ ਨੇ ਉਸੇ ਬਾਗ ਵਿੱਚ ਉਹਨੂੰ ਬਾਹਰ ਕੱਢ ਦਿੱਤਾ, ਕਿਉਂਕਿ ਪਰਮੇਸ਼ਰ ਪਵਿੱਤਰ। ਭੈਣੋ ਅਤੇ ਭਰਾਵੋ, ਬਹੁਤ ਸਾਰੀਆਂ ਛੋਟੀ ਛੋਟੀਆਂ ਜਿਹੜੀਆਂ ਗਲਤੀਆਂ ਸਾਡੇ ਜੀਵਨ ਵਿੱਚ ਨੇ, ਜਿਹੜਾ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਵੀ ਮੋਈਆਂ ਹੋਈਆਂ ਮੱਖੀਆਂ ਗਾਂਧੀ ਦੀ ਫਲੇਲ ਨੂੰ ਦੁਰਗੰਧਿਤ ਕਰਦੀਆਂ, ਕਿ ਛੋਟੇ ਛੋਟੇ ਜਿਹੜੇ ਗੁਨਾਹ ਗਲਤੀਆਂ ਜਿਹੜੀਆਂ ਉਹ ਜੋ ਸਾਡੀ ਜਿਹੜੀ ਆ ਦਹੀ ਉਹਨੂੰ ਅਸ਼ੁੱਧ ਕਰਦੀਆਂ, ਅਤੇ ਪਰਮੇਸ਼ਰ ਦੀ ਆਮਦ ਜਿਹੜੀ ਸਾਡੇ ਮਨ ਵਿੱਚ, ਸਾਡੇ ਜੀਵਨ ਵਿੱਚ ਨਹੀਂ ਹੁੰਦੀ। ਔਰ ਕਹੋਤਾ 18 ਦੇ 8 ਜਦੋਂ ਪੜ੍ਹੀਏ ਉੱਥੇ ਲਿਖਿਆ ਚੁਗਲੀ ਕਰਨ ਵਾਲੇ ਦੀਆਂ ਗੱਲਾਂ ਜਿਹੜੀਆਂ ਸਵਾਦ ਦੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ। ਉਹ ਜਿਹੇ ਪਾਪ ਨੇ ਬਹੁਤ ਸਾਰੇ ਜਿਹੜੇ ਸਾਨੂੰ ਪਰਮੇਸ਼ਰ ਕੋਲ ਜਾਣ ਤੋਂ ਰੋਕਦੇ ਹਨ। ਉਹ ਪਾਪ ਝੂਠ ਫਰੇਬ, ਬਦੀ ਦੁਰਬਚਨ, ਗੰਦੀਆਂ ਗਾਲਾਂ ਮੂੰਹ 'ਚੋਂ ਕੱਢਣੀਆਂ, ਅਜਿਹੀਆਂ ਗੱਲਾਂ ਜਿਹੜੀਆਂ ਸਾਨੂੰ ਕਦੇ ਵੀ ਪਰਮੇਸ਼ਰ ਦੇ ਕੋਲ ਨਹੀਂ ਆਉਣ ਦੇਣਗੀਆਂ, ਤਾਂ ਪਰਮੇਸ਼ਰ ਵੀ ਸਾਡੇ ਕੋਲ ਕਦੇ ਨਹੀਂ ਆਏਗਾ। ਮਨੁੱਖ ਦੀ ਸਾਰੀ ਚਾਲ ਉਹਦੀ ਆਪਣੀ ਨਿਗਾਹ ਵਿੱਚ ਸ਼ੁੱਧ ਆ, ਪਰ ਜੋ ਆ ਰੂਹਾਂ ਨੂੰ ਜਾਂਚਦਾ। ਹਰ ਇਨਸਾਨ ਆਪਣੇ ਆਪ ਨੂੰ ਸਹੀ ਕਹਿੰਦਾ ਕਿ ਮੈਂ ਸ਼ੁੱਧ ਹਾਂ, ਮੈਂ ਪਾਪੀ ਨਹੀਂ ਹਾਂ। ਮਨੁੱਖ ਦੀ, ਇਨਸਾਨ ਦੀ ਜਿਹੜੀ ਚਾਲ ਆ, ਉਹਦੀ ਆਪਣੀ ਨਿਗਾਹ ਵਿੱਚ, ਆਪਣੀ ਨਜ਼ਰ ਵਿੱਚ ਸਹੀ ਆ। ਉਹ ਆਪਣੇ ਆਪ ਨੂੰ ਕਦੇ ਗਲਤ ਨਹੀਂ ਕਹਿੰਦਾ। ਪਰ ਇਨਸਾਨ ਨੂੰ ਗਲਤ ਕੌਣ ਕਰਦਾ, ਕਿਸ ਤਰੀਕੇ ਨਾਲ ਇਨਸਾਨ ਦੀ ਜਾਂਚ ਹੁੰਦੀ ਹੈ? ਕਿਉਂਕਿ ਪਰਮੇਸ਼ਰ ਦੇ ਕਲਾਮ 'ਚ ਲਿਖਿਆ ਕਿ ਪਰਮੇਸ਼ਰ ਦਾ ਜਿਹੜਾ ਵਚਨ ਆ ਇੱਕ ਸ਼ੀਸ਼ਾ ਵਾ, ਔਰ ਇਸ ਸ਼ੀਸ਼ੇ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਸਾਡੇ ਜਿਹੜੇ ਚਿਹਰੇ 'ਤੇ ਕਿਹੜੇ ਕਿਹੜੇ ਨਿਸ਼ਾਨ ਨੇ, ਔਰ ਕਿਹੜੇ ਕਿਹੜੇ ਜਿਹੜੇ ਆ ਉਹ ਦਾਗ ਨੇ। ਇਸ ਲਈ ਪਰਮੇਸ਼ਰ ਦਾ ਕਲਾਮ ਇੱਕ ਸ਼ੀਸ਼ੇ ਦੀ ਨਿਆਈ ਹੈ। ਜੇ ਅਸੀਂ ਪਰਮੇਸ਼ਰ ਦਾ ਕਲਾਮ ਪੜ੍ਹਦੇ ਹਾਂ, ਅਤੇ ਫਿਰ ਸਾਨੂੰ ਪਤਾ ਲੱਗਦਾ ਕਿ ਪਰਮੇਸ਼ਰ ਜਿਹੜਾ
ਹਰ ਇਨਸਾਨ ਦੇ ਮਨ ਵਿੱਚ ਨਹੀਂ ਹੁੰਦਾ। ਹਰ ਇਨਸਾਨ ਪਰਮੇਸ਼ਰ ਨੂੰ ਵੇਖ ਨਹੀਂ ਸਕਦਾ। ਸ਼ੁੱਧ ਮਨ ਜਿਹੜੇ ਆ ਉਹੀ ਪਰਮੇਸ਼ਰ ਨੂੰ ਵੇਖ ਸਕਦੇ ਆ। ਲਿਖਿਆ ਪ੍ਰਭੂ ਕਿਸ ਤਰੀਕੇ ਨਾਲ ਅਸੀਂ ਆਪਣੇ ਮਨ ਨੂੰ ਸ਼ੁੱਧ ਕਰਨਾ, ਅਸੀਂ ਪਰਮੇਸ਼ਰ ਦੇ ਕਲਾਮ ਵਿੱਚੋਂ ਮੱਤੀ 21 ਦੇ 12 ਤੇ ਪੜਾਂਗੇ। ਫਿਰ ਯਿਸੂ ਪਰਮੇਸ਼ਰ ਦੀ ਹੈਕਲ ਵਿੱਚ ਗਿਆ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਰ ਮੁੱਲ ਲੈਂਦੇ ਸਨ ਕੱਢ ਦਿੱਤਾ ਅਤੇ ਸ਼ਰਾਫਾਂ ਦੇ ਤਖਤਪੋਸ਼ ਅਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਪਲਟਾ ਦਿੱਤੀਆਂ ਅਤੇ ਉਹਨਾਂ ਨੂੰ ਕਿਹਾ, ਜੋ ਲਿਖਿਆ ਹੈ, ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ, ਪਰ ਤੁਸੀਂ ਉਹਨੂੰ ਡਾਕੂਆਂ ਦੀ ਖੋਹ ਬਣਾਉਂਦੇ ਹੋ। ਹਾਲੇਲੂਇਆ। ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਪਿਤਾ ਦੀ ਹੈਕਲ ਵਿੱਚ ਗਏ ਆ, ਪਿਤਾ ਪਰਮੇਸ਼ਰ ਦੇ ਘਰ ਵਿੱਚ ਗਏ, ਤੇ ਪ੍ਰਭੂ ਯਿਸੂ ਮਸੀਹ ਨੇ ਉਸ ਜਗ੍ਹਾ ਤੇ ਜਾ ਕੇ ਕੀ ਵੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਉੱਥੇ ਬਿਜ਼ਨਸ ਕਰ ਰਹੇ ਸੀ, ਝੂਠ ਫਰੇਬ ਬੋਲ ਰਹੇ ਸੀ ਔਰ ਆਪਣੇ ਕਾਰੋਬਾਰ ਕਰ ਰਹੇ ਸੀ। ਕੋਈ ਕਬੂਤਰ ਵੇਚ ਰਿਹਾ, ਕੋਈ ਸ਼ਰਾਫਾਂ ਦਾ ਕੰਮ ਕਰ ਰਿਹਾ, ਸੁਨਿਆਰ ਕੋਈ ਬੈਠਾ ਉੱਥੇ ਸੋਨਾ ਵੇਚ ਰਿਹਾ, ਕੋਈ ਕਬੂਤਰ ਵੇਚ ਰਿਹਾ, ਕੋਈ ਬਿਜ਼ਨਸ ਕਰ ਰਿਹਾ, ਕੋਈ ਹੀਰਾ ਫੇਰੀ ਕਰ ਰਿਹਾ। ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ? ਸਭ ਦੇ ਤਖਤ ਜਿਹੜੇ ਆ ਪਲਟਾ ਦਿੱਤੇ। ਲਿਖਿਆ, ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਪਲਟਾ ਦਿੱਤੀਆਂ ਔਰ ਸ਼ਰਾਫਾਂ ਦੇ ਸੁਨਿਆਰਿਆਂ ਦੇ ਤਖਤ ਪਲਟਾ ਸਟੇ। ਔਰ ਪ੍ਰਭੂ ਯਿਸੂ ਮਸੀਹ ਨੇ ਉਸ ਜਗ੍ਹਾ ਤੇ ਕੀ ਕਿਹਾ ਕਿ ਲਿਖਿਆ ਪਰਮੇਸ਼ਰ ਦੇ ਕਲਾਮ ਦੇ ਵਿੱਚ, ਬਾਈਬਲ ਦੇ ਵਿੱਚ ਲਿਖਿਆ, ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ, ਪਰ ਤੁਸੀਂ ਇਸ ਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ ਹੈ। ਔਰ ਪਰਮੇਸ਼ਰ ਦੇ ਕਲਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਜਦੋਂ ਉਸ ਹੈਕਲ ਬਾਰੇ ਇਹ ਗੱਲ ਕਹੀ ਆ, ਔਰ ਜਦੋਂ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਪੜ੍ਹਦੇ ਹਾਂ, ਲਿਖਿਆ ਪਰਮੇਸ਼ਰ ਨੇ ਕਿਹਾ, ਆਕਾਸ਼ ਮੇਰਾ ਸਿੰਘਾਸਨ ਔਰ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ। ਫਿਰ ਉਹ ਆਰਾਮਗਾਹ ਕਿਹੋ ਜਿਹੀ ਹੋਵੇਗੀ ਜਿੱਥੇ ਮੈਂ ਰਹਿਣਾ, ਉਹ ਹੈਕਲ ਇਨਸਾਨ ਦਾ ਮਨ ਹੈ। ਇਸ ਲਈ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਕਿ ਜਿਹੜਾ ਪਰਮੇਸ਼ਰ ਨੇ ਕਿਹਾ ਕਿ ਆਕਾਸ਼ ਮੇਰਾ ਸਿੰਘਾਸਨ ਆ, ਕਿ ਜਿੱਥੇ ਮੈਂ ਰਹਿਣਾ, ਔਰ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ। ਫਿਰ ਉਹ ਆਰਾਮਗਾਹ, ਜਿੱਥੇ ਤੁਸੀਂ ਮੈਨੂੰ ਮੇਰੀ ਆਰਾਮਗਾਹ ਤਿਆਰ ਕੀਤੀ ਹੈ, ਜਿੱਥੇ ਮੈਨੂੰ ਤੁਸੀਂ ਵਸਾਉਣਾ ਚਾਹੁੰਦੇ, ਜਿੱਥੇ ਤੁਸੀਂ ਮੈਨੂੰ ਰੱਖਣਾ ਚਾਹੁੰਦੇ ਹੋ, ਉਹ ਕਿਹੋ ਜਿਹੀ ਹੋਵੇਗਾ। ਤਾਂ ਕਿੰਨੀਆਂ ਮਹਿੰਗੀਆਂ ਵਸਤਾਂ ਧਰਤੀ ਉੱਤੇ, ਪਰ ਧਰਤੀ ਜਿਹੜੀ ਇੱਕ ਪਰਮੇਸ਼ਰ ਦੇ ਪੈਰ ਰੱਖਣ ਦਾ ਸਥਾਨ ਆ, ਔਰ ਆਕਾਸ਼ ਪਰਮੇਸ਼ਰ ਦਾ ਸਿੰਘਾਸਨ ਆ। ਔਰ ਪਰਮੇਸ਼ਰ ਨੇ ਕਿਹਾ ਕਿ ਜਿੱਥੇ ਮੈਂ ਰਹਿਣਾ ਵਾਂ, ਉਹ ਜਗ੍ਹਾ ਕਿੰਨੀ ਕੁ ਪਵਿੱਤਰ ਹੋਣੀ ਚਾਹੀਦੀ ਹੈ। ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ? ਪਰਮੇਸ਼ਰ ਦੀ ਹੈਕਲ ਨੂੰ ਸਾਫ਼ ਕਿਸ ਤਰੀਕੇ ਨਾਲ ਕੀਤਾ? ਬਿਜ਼ਨਸ ਕਰਨ ਵਾਲਿਆਂ ਦੀਆਂ ਤਖਤ ਪਲਟਾ ਛੱਡੇ, ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਪਲਟਾ ਦਿੱਤੀਆਂ ਔਰ ਸਫਾਈ ਕੀਤੀ ਹੈ ਪਰਮੇਸ਼ਰ ਦੀ ਹੈਕਲ ਦੀ, ਕਿਉਂਕਿ ਉਹ ਪਰਮੇਸ਼ਰ ਦੀ ਹੈਕਲ ਹੀ। ਅੱਜ ਸਾਨੂੰ ਆਪਣੇ ਮਨ, ਜੋ ਪਰਮੇਸ਼ਰ ਨੇ ਕਿਹਾ, ਆਕਾਸ਼ ਮੇਰਾ ਸਿੰਘਾਸਨ ਔਰ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ, ਔਰ ਉਹ ਆਰਾਮਗਾਹ ਜੋ ਇਨਸਾਨ ਦਾ ਮਨ ਆ, ਉਹ ਕਿਹੋ ਜਿਹਾ ਹੋਣਾ ਚਾਹੀਦਾ। ਇਸ ਲਈ ਪ੍ਰਭੂ ਯਿਸੂ ਮਸੀਹ ਨੇ ਜੋ ਕਲਾਮ ਸਾਨੂੰ ਦੱਸ ਰਿਹਾ ਕਿ ਸਾਨੂੰ ਆਪਣੇ ਮਨ ਦੀ ਸਫਾਈ ਕਰਨ ਦੀ ਜ਼ਰੂਰਤ ਆ। ਜੋ ਸਾਡੇ ਮਨ ਵਿੱਚ ਝੂਠ ਫਰੇਬ, ਚੁਗਲੀ, ਜੋ ਦੁਰਬਚਨ ਨੇ, ਜੋ ਬੁਰੇ ਖਿਆਲ ਨੇ, ਇਹਨਾਂ ਦੀ ਸਫਾਈ ਕਰਨ ਦੀ ਜ਼ਰੂਰਤ ਆ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਪਲਟਾ ਦਿੱਤੀਆਂ ਔਰ ਸ਼ਰਾਫਾਂ ਦੇ ਤਖਤ ਪਲਟਾ ਦਿੱਤੇ ਆ ਔਰ ਉਹਨਾਂ ਨੂੰ ਉਸ ਜਗ੍ਹਾ ਤੋਂ ਬਾਹਰ ਕੱਢ ਦਿੱਤਾ, ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਅੱਜ ਸਾਨੂੰ ਕਹਿ ਕੇ, ਜੋ ਤੁਹਾਡੇ ਸਰੀਰ ਵਿੱਚ, ਜੋ ਮਨ ਵਿੱਚ ਪਾਪ, ਨੂੰ ਬਾਹਰ ਸੁੱਟ ਦਿਓ, ਕੱਢ ਕੇ ਉਹਨੂੰ ਬਾਹਰ ਸੁੱਟ ਦਿਓ। ਸਭ ਪਾਪ, ਜੋ ਬੁਰਾਈ ਆ ਤੁਹਾਡੇ ਮਨ ਵਿੱਚ, ਨੂੰ ਬਾਹਰ ਸੁੱਟੀ ਜਾਓ ਔਰ ਆਪਣੇ ਮਨ ਨੂੰ ਸ਼ੁੱਧ ਕਰੋ। ਜੋ ਤੁਹਾਡਾ ਮਨ ਸ਼ੁੱਧ ਹੋ ਜਾਏਗਾ, ਔਰ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਿਤਾ ਦੀ ਹੈਕਲ ਨੂੰ ਤਿਆਰ ਕੀਤਾ, ਸਾਫ਼ ਕੀਤਾ, ਕਿ ਉਹਦੇ ਪਿਤਾ ਦੀ ਹੈਕਲ ਹੀ। ਔਰ ਪਰਮੇਸ਼ਰ ਦੇ ਕਲਾਮ ਦੇ ਵਿੱਚ ਇਹ ਵੀ ਲਿਖੀ ਗਈ ਸੀ ਪਹਿਲਾਂ ਗੱਲ, ਇਹ ਵੀ ਭਵਿੱਖਬਾਣੀ ਹੋ ਗਈ ਕਿ ਤੇਰੇ ਘਰ ਦੀ ਗੈਰਤ ਮੈਨੂੰ ਖਾ ਗਈ। ਹਾਲੇਲੂਇਆ। ਜੋ ਪਰਮੇਸ਼ਰ ਨੂੰ ਉਹਦੇ ਪਿਤਾ ਦੇ ਘਰ ਦੀ ਅਣਖ ਜਿਹੜੀ ਆ ਉਹ ਖਾ ਗਈ, ਕਿ ਉਹਨੇ ਪ੍ਰਭੂ ਯਿਸੂ ਮਸੀਹ ਨੇ ਵੇਖਿਆ ਕਿ ਮੇਰੇ ਪਿਤਾ ਦੇ ਘਰ ਵਿੱਚ ਇਹ ਕੁਛ ਹੋ ਰਿਹਾ, ਮੇਰੇ ਪਿਤਾ ਦੇ ਘਰ ਵਿੱਚ ਝੂਠ ਫਰੇਬ ਹੋ ਰਿਹਾ, ਤੇ ਪ੍ਰਭੂ ਯਿਸੂ ਮਸੀਹ ਨੇ ਸਭ ਕੁਝ ਉਲਟਾ ਦਿੱਤਾ। ਕਬੂਤਰ ਵੇਚਣ ਵਾਲਿਆਂ ਦੀਆਂ ਤਖਤੀਆਂ ਪਲਟਾ ਦਿੱਤੀਆਂ, ਸ਼ਰਾਫਾਂ ਦੇ ਤਖਤ ਪੋਸ਼ ਪਲਟਾ ਦਿੱਤੇ। ਉਹਨੇ ਪ੍ਰਭੂ ਯਿਸੂ ਮਸੀਹ ਨੂੰ ਗੈਰਤ ਜਿਹੜੀ ਆ ਆਪਣੇ ਪਿਤਾ ਦੀ ਘਰ ਦੀ ਖਾ ਗਈ। ਇਸ ਲਈ ਅੱਜ ਸਾਨੂੰ ਵੀ ਗੈਰਤ ਜਿਹੜੀ ਆ ਹੋਣੀ ਚਾਹੀਦੀ ਆ, ਅਣਖ ਹੋਣੀ ਚਾਹੀਦੀ ਹੈ ਕਿ ਸਾਡਾ ਜਿਹੜਾ ਮਨ, ਉਹ ਪਰਮੇਸ਼ਰ ਦਾ ਹੀ ਹੈਕਲ ਆ, ਮੇਰੇ ਪਿਤਾ ਦੀ ਹੈਕਲ, ਇਹ ਮੇਰਾ ਮਨ, ਤੇ ਮੇਰੇ ਮਨ ਵਿੱਚ ਜਿਹੇ ਪਾਪ ਮੈਂ ਕੋਈ ਰਹਿਣ ਨਹੀਂ ਦੇਣਾ। ਮਨ ਵਿੱਚ ਸਾਰੇ ਪਾਪ ਕੱਢ ਬਾਹਰ ਸੁੱਟ ਦੇਣੇ। ਚੁਗਲੀ ਕਰਨ ਦੀ ਆਦਤ, ਨਸ਼ਾ ਪੀਣ ਦੀ ਆਦਤ, ਝੂਠ ਬੋਲਣ ਦੀ ਆਦਤ, ਕਿਸੇ ਦੀ ਬੁਰਾਈ ਕਰਨ ਦੀ ਆਦਤ, ਗਲਤ ਫੋਟੋਆਂ ਵੇਖਣ ਦੀ ਆਦਤ, ਗਲਤ ਫਿਲਮਾਂ ਵੇਖਣ ਦੀ ਆਦਤ, ਗਲਤ ਗੀਤ ਸੁਣਨ ਦੀ ਆਦਤ, ਜਿੰਨੀਆਂ ਬੁਰਾਈਆਂ ਨੇ, ਨਸ਼ੇ, ਸਿਗਰਟ, ਜੋ ਨਸ਼ੇ ਨੇ, ਜੋ ਬੁਰਾਈਆਂ, ਸਭ ਕੱਢ ਕੇ ਬਾਹਰ ਸੁੱਟ ਦੇਣੀਆਂ। ਤੇ ਫਿਰ ਸ਼ੁੱਧ ਮਨ ਜਦੋਂ ਹੋ ਜਾਏਗਾ, ਜਦੋਂ ਹੈਕਲ ਸਾਫ਼ ਹੋ ਜਾਏਗੀ, ਤੇ ਫਿਰ ਪਰਮੇਸ਼ਰ ਦੀ ਆਮਦ ਜਿਹੜੀ ਹੈ ਸਾਡੇ ਮਨ ਵਿੱਚ ਹੋਵੇਗੀ। ਹਾਲੇਲੂਇਆ।
ਕਿਉਂਕਿ ਪਰਮੇਸ਼ਰ ਦਾ ਕਲਾਮ ਕਹਿੰਦਾ ਧੰਨ ਉਹ ਜਿਹੜੇ ਸ਼ੁੱਧ ਮਨ ਹਨ, ਕਿਉਂ ਜੋ ਉਹ ਪਰਮੇਸ਼ਰ ਨੂੰ ਵੇਖਣਗੇ। ਪ੍ਰਕਾਸ਼ ਦੀ ਪੋਥੀ 3 ਦੀ 20 ਵਿੱਚ ਲਿਖਿਆ ਕਿ ਵੇਖੋ ਮੈਂ ਬੂਹੇ ਤੇ ਖਲੋਤਾ, ਤੁਹਾਡੇ ਦਿਲ ਦੇ ਬੂਹੇ ਤੇ ਖਲੋਤਾ ਖੜਕਾ ਰਿਹਾ ਵਾਂ। ਜੇ ਕੋਈ ਮੇਰੀ ਆਵਾਜ਼ ਸੁਣੇਗਾ ਅਤੇ ਆਪਣਾ ਬੂਹਾ ਖੋਲ੍ਹੇਗਾ ਤਾਂ ਮੈਂ ਉਹਦੇ ਕੋਲ ਅੰਦਰ ਆਵਾਂਗਾ ਤੇ ਉਹਦੇ ਨਾਲ ਪ੍ਰਸ਼ਾਦ ਛਕਾਂਗਾ ਤੇ ਉਹ ਮੇਰੇ ਨਾਲ ਛਕੇਗਾ। ਹਾਲੇਲੂਇਆ। ਇਸ ਲਈ ਪ੍ਰਭੂ ਯਿਸੂ ਮਸੀਹ ਬੂਹਾ ਖੜਕਾ ਰਹੇ ਆ ਸਾਡੇ ਮਨ ਦਾ, ਔਰ ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਲਈ ਬੂਹਾ ਖੋਲਾਂਗੇ, ਪਿਤਾ ਪਰਮੇਸ਼ਰ ਲਈ ਆਪਣਾ ਬੂਹਾ ਖੋਲਾਂਗੇ, ਤਾਂ ਪ੍ਰਭੂ ਯਿਸੂ ਮਸੀਹ ਜਿਹੜੇ ਆ ਸਾਡੇ ਅੰਦਰ ਆਉਣਗੇ ਔਰ ਫਿਰ ਸਾਡੀਆਂ ਜਿਹੜੀਆਂ ਅਸੀਂ ਪਰਮੇਸ਼ਰ ਦੇ ਨਾਲ, ਪਰਮੇਸ਼ਰ ਸਾਡੇ ਨਾਲ ਰਹੇਗਾ। ਹਾਲੇਲੂਇਆ। ਉਹਦੇ ਲਈ ਸਾਨੂੰ ਆਪਣੇ ਮਨ ਨੂੰ ਸਾਫ਼ ਕਰਨ ਦੀ ਜ਼ਰੂਰਤ ਆ, ਆਪਣੇ ਮਨ ਨੂੰ ਸ਼ੁੱਧ ਕਰਨ ਦੀ ਜ਼ਰੂਰਤ ਆ, ਕਿਉਂਕਿ ਪਰਮੇਸ਼ਰ ਦੇ ਕਲਾਮ 'ਚ ਲਿਖਿਆ ਕਿ ਪਰਮੇਸ਼ਰ ਰੋਸ਼ਨੀ ਸੀ, ਲਾਈਟ ਹੈ, ਜਗਤ ਦਾ ਚਾਨਣਾ, ਉਹਦੇ ਵਿੱਚ ਹਨੇਰੇ ਦਾ ਨਾਮ ਨਿਸ਼ਾਨ ਨਹੀਂ ਆ। ਇੱਕ ਬਿੰਦੂ ਤੱਕ ਵੀ ਜੇ ਸਾਡੇ ਮਨ ਵਿੱਚ ਪਾਪ ਦੀ ਔਰ ਬੁਰਾਈ ਦੀ ਜੇ ਪਰਮੇਸ਼ਰ ਨੂੰ ਨਜ਼ਰ ਆਈ ਤੇ ਪਰਮੇਸ਼ਰ ਸਾਡੇ ਜੀਵਨ ਵਿੱਚ ਕਦੇ ਨਹੀਂ ਆਉਣਗੇ। ਇਸੇ ਲਈ ਪਰਮੇਸ਼ਰ ਦਾ ਕਲਾਮ ਸਾਨੂੰ ਕੀ ਕਹਿ ਰਿਹਾ ਕਿ ਆਪਣੇ ਮਨ ਨੂੰ ਸ਼ੁੱਧ ਕਰੋ, ਧੰਨ ਉਹ ਜਿਹੜੇ ਸ਼ੁੱਧ ਮਨ ਹਨ, ਕਿਉਂ ਜੋ ਪਰਮੇਸ਼ਰ ਨੂੰ ਵੇਖਣਗੇ। ਜੇ ਅਸੀਂ ਪਰਮੇਸ਼ਰ ਦੀ ਆਸ਼ੀਸ਼ ਨੂੰ ਆਪਣੇ ਜੀਵਨ ਵਿੱਚ ਵੇਖਣਾ ਚਾਹੁੰਦੇ ਹਾਂ, ਜੇ ਅਸੀਂ ਪਰਮੇਸ਼ਰ ਦੇ ਚਮਤਕਾਰ ਆਪਣੇ ਜੀਵਨ ਵਿੱਚ ਵੇਖਣਾ ਚਾਹੁੰਦੇ ਹਾਂ, ਜੇ ਪਰਮੇਸ਼ਰ ਨਾਲ ਅਸੀਂ ਸਾਂਝ ਪਾਉਣਾ ਚਾਹੁੰਦੇ ਹਾਂ ਕਿ ਪਰਮੇਸ਼ਰ ਜਿਉਂਦਾ ਪਰਮੇਸ਼ਰ ਆ, ਕਿ ਜਿਉਂਦੇ ਪਰਮੇਸ਼ਰ ਸਾਡੇ ਨਾਲ ਗੱਲਬਾਤ ਕਰੇ, ਸਾਡੇ ਜੀਵਨ ਵਿੱਚ ਰਹੇ ਔਰ ਸਾਨੂੰ ਆਸ਼ੀਸ਼ ਦੇਵੇ ਔਰ ਸਾਡੀ ਸੁੱਧ ਰੱਖੇ, ਤਾਂ ਫਿਰ ਸਾਨੂੰ ਕੀ ਆ, ਸ਼ੁੱਧ ਮਨ ਹੋਣਾ ਪਏਗਾ। ਆਮੀਨ, ਆਮੀਨ। ਪਰਮੇਸ਼ਰ ਇਹਨਾਂ ਵਚਨਾਂ ਨਾਲ ਖੁਦਾ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ।